ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ, ਰਾਮ ਰਾਮ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਣਾ ਜੋ 10th ਕਲਾਸ ਦਾ ਸਿਲੇਬਸ ਸੀ ਪੰਜਾਬੀ ਦਾ, ਉਹ ਮੈਂ ਲਗਭਗ YouTube 'ਤੇ ਸਾਰਾ ਪ੍ਰੋਵਾਈਡ ਕਰਵਾ ਦਿੱਤਾ ਸੀ ਤੁਹਾਨੂੰ। ਜੋ ਮੇਨ ਚੀਜ਼ਾਂ ਸੀ ਜਿਨ੍ਹਾਂ ਨੂੰ ਸਮਝਣ 'ਚ ਆਪਾਂ ਨੂੰ ਥੋੜ੍ਹਾ ਦਿੱਕਤ ਮਹਿਸੂਸ ਹੁੰਦੀ ਸੀ, ਜਿਵੇਂ ਕਵਿਤਾਵਾਂ ਦੀ ਵਿਆਖਿਆ ਵਗੈਰਾ ਕਰਨਾ ਅਤੇ ਹੋਰ ਅਰਜੀ ਪੱਤਰ ਨੂੰ ਲਿਖਣ ਦਾ ਢੰਗ ਜਾਂ ਪ੍ਰੀਖਿਆ ਨਾਲ ਜੁੜੀਆਂ ਹੋਈਆਂ ਮੁੱਖ ਗੱਲਾਂ। ਜੋ 10th ਕਲਾਸ ਨਾਲ ਜੁੜਿਆ ਹੋਇਆ ਸਿਲੇਬਸ ਸੀ ਉਹ ਮੈਂ YouTube ਦੇ ਉੱਤੇ ਲਗਭਗ ਕਰਵਾ ਦਿੱਤਾ ਸੀਗਾ। ਬਾਕੀ ਜਿਹੜਾ ਕਹਾਣੀਆਂ ਅਤੇ ਨਿਬੰਧ ਵਾਲਾ ਪਾਰਟ ਰਹਿੰਦਾ ਹੈ ਉਹ ਮੈਂ ਨਹੀਂ ਕਰਵਾਇਆ ਸੀਗਾ, ਕਿਉਂਕਿ ਉਹ ਤਾਂ ਸਿੱਧਾ ਹੀ ਹੈ, ਪ੍ਰਸ਼ਨ ਉੱਤਰ ਹੀ ਹੈ ਉਹਨਾਂ ਦੇ, ਆਪਾਂ ਉਹ ਸਿੱਧੇ ਹੀ ਯਾਦ ਕਰਨੇ ਹੈ। ਫਿਰ ਵੀ ਇੱਕ ਉਹਨਾਂ ਦੇ ਮੇਨ ਜੋ ਪ੍ਰਸ਼ਨ ਉੱਤਰ ਹੈ ਉਹਨਾਂ ਦੀ ਵੀਡੀਓ ਮੈਂ ਹੋਰ ਅਪਲੋਡ ਕਰ ਦੂੰਗਾ, ਤਾਂ ਕਿ ਜੋ 10th ਕਲਾਸ ਦੇ ਬੱਚੇ ਹੈ, ਮਤਲਬ ਜਿਨ੍ਹਾਂ ਕੋਲੋਂ ਸਾਰੇ ਲੈਸਨ ਕਵਰ ਨਹੀਂ ਹੋ ਰਹੇ ਜਾਂ ਸਾਰੇ ਲੈਸਨ ਯਾਦ ਨਹੀਂ ਹੋ ਰਹੇ, ਤਾਂ ਉਹ ਮੇਨ ਜੋ ਪ੍ਰਸ਼ਨ ਉੱਤਰ ਹੈ ਉਹਨਾਂ ਨੂੰ ਪੜ੍ਹ ਲੈਣਗੇ। ਬਾਕੀ ਪ੍ਰਸੰਗ ਵਿਆਖਿਆ ਵਾਲਾ ਟੋਪਿਕ ਜਾਂ ਜੋ ਭਾਸ਼ਾ ਜਾਂ ਉਪਭਾਸ਼ਾ ਵਾਲਾ ਟੋਪਿਕ ਸੀਗਾ, ਅਰਜੀ ਪੱਤਰ ਵਾਲਾ ਟੋਪਿਕ ਸੀ, ਇਹ ਜੋ ਮੇਨ ਟੋਪਿਕ ਸੀ ਇਹ ਮੈਂ ਸਾਰੇ YouTube ਦੇ ਉੱਤੇ ਕਰਵਾ ਦਿੱਤੇ ਸੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਡਾਊਨ ਹੋਣ ਕਰਕੇ, ਕਰੋਨਾ ਸੰਕਰਮਣ ਕਰਕੇ ਜੋ ਆਪਣੀ ਮੁੱਖ ਪ੍ਰੀਖਿਆ ਹੈ, ਵਾਰਸ਼ਿਕ ਪੇਪਰ ਹੈ, ਉਹਨਾਂ ਦੀ ਜੋ ਡੇਟ ਪੋਸਟਪੋਨ ਕਰ ਦਿੱਤੀ ਹੈ, ਅੱਗੇ ਕਰ ਦਿੱਤੀ ਹੈ। ਹੋ ਸਕੇ ਉਹ 2 ਮਹੀਨਿਆਂ ਨੂੰ ਹੋਣ, 2.5 ਮਹੀਨਿਆਂ ਨੂੰ ਹੋਣ, ਜਾਂ ਹੋ ਸਕੇ ਤੁਹਾਨੂੰ ਪ੍ਰਮੋਟ ਵੀ ਕਰ ਦਿੱਤਾ ਜਾਵੇ। ਲੇਕਿਨ ਫਿਰ ਵੀ ਅਗਰ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਜਿਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਹੈ, ਉਹ ਪੜ੍ਹਾਈ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਸ਼ਾਇਦ ਹੈ ਕਿ ਇਸ ਵਾਰ ਵੀ ਪ੍ਰਮੋਟ ਹੋ ਜਾਵਾਂਗੇ। ਦੇਖੋ, ਪ੍ਰਮੋਟ ਹੋ ਗਏ ਤਾਂ ਵੱਖਰੀ ਗੱਲ ਹੈ, ਲੇਕਿਨ ਫਿਰ ਵੀ ਆਪਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਮੰਨ ਲਓ ਪ੍ਰਮੋਟ ਹੋ ਗਏ, ਆਪਾਂ ਨੂੰ ਪੇਪਰ ਨਾ ਦੇਣੇ ਪਏ, ਫਿਰ ਵੀ ਆਪਣੇ ਗਿਆਨ ਭੰਡਾਰ ਦੇ ਵਿੱਚ ਤਾਂ ਵਾਧਾ ਹੋਊਗਾ ਅਗਰ ਆਪਾਂ ਪੜ੍ਹਿਆ ਹੋਇਆ ਹੈ। ਅਤੇ ਜੇ ਪੇਪਰ ਹੋ ਗਏ ਫਿਰ ਉਹਨਾਂ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਹੋਊਗੀ ਜਿਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਹੈ। ਸਕੂਲ ਸਾਰੇ ਬੰਦ ਪਏ ਹੈ, ਲਗਭਗ ਬੱਚੇ ਘਰ ਵਿੱਚ ਬੈਠੇ ਹੈ, ਅਤੇ ਉਹਨਾਂ ਨੂੰ ਮਤਲਬ ਮੈਂ ਕਹਿ ਰਿਹਾ ਕਿ ਦੇਖੋ, ਮੈਂ ਪੰਜਾਬੀ ਵਿਸ਼ੇ ਦੀ ਤਿਆਰੀ ਕਰਵਾਉਣਾ, ਇਸ ਕਰਕੇ ਮੈਂ ਗੱਲ ਪੰਜਾਬੀ ਦੀ ਹੀ ਕਰੂੰਗਾ। ਸਬਜੈਕਟ ਸਾਰੇ ਹੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਾਰੇ ਸਬਜੈਕਟ ਨੂੰ, ਚਾਹੇ ਹਿੰਦੀ ਹੈ, ਚਾਹੇ ਇੰਗਲਿਸ਼ ਹੈ, ਚਾਹੇ ਮੈਥ ਹੈ, ਪੂਰਾ ਧਿਆਨ ਦਿਓ। ਲੇਕਿਨ ਮੈਂ ਜੋ ਤੁਹਾਨੂੰ ਕਲਾਸਾਂ ਕਰਵਾ ਰਿਹਾ ਹੈ ਤਾਂ ਇਹ ਪੰਜਾਬੀ ਦੀ ਕਰਵਾ ਰਿਹਾ, ਇਸ ਕਰਕੇ ਮੈਂ ਪੰਜਾਬੀ ਦੀ ਗੱਲ ਕਰੂੰਗਾ। ਕਿ ਦੇਖੋ, 10th ਕਲਾਸ ਦਾ ਸਿਲੇਬਸ ਤਾਂ ਆਪਣਾ ਹੋ ਗਿਆ ਸੀਗਾ, ਠੀਕ ਹੈ। ਉਹਦੇ ਨਾਲ ਮੈਂ ਚਾਹੁੰਦਾ ਹਾਂ ਕਿ ਜਿਹੜੇ 12ਵੀਂ ਜਮਾਤ ਦੇ ਵਿਦਿਆਰਥੀ ਹੈ, ਜਿਨ੍ਹਾਂ ਕੋਲ ਪੰਜਾਬੀ ਹੈ, 12ਵੀਂ ਦੇ ਵਿੱਚ ਸਬਜੈਕਟ ਹੈ, ਉਹ ਹੁਣ ਘਰ ਬੈਠੇ ਆ, ਸਕੂਲ ਨਹੀਂ ਜਾ ਰਹੇ, ਤਾਂ ਉਹਨਾਂ ਨੂੰ ਲੋਕਡਾਊਨ ਦੇ ਵਿੱਚ ਦਿੱਕਤ ਨਾ ਮਹਿਸੂਸ ਹੋਵੇ। ਮਤਲਬ ਉਹਨਾਂ ਦੇ ਕੋਈ ਚੀਜ਼ ਨਹੀਂ ਸਮਝ ਆ ਰਹੀ ਤਾਂ ਉਹਦੇ ਵਿੱਚ ਉਹਨਾਂ ਨੂੰ ਦਿੱਕਤ ਨਾ ਮਹਿਸੂਸ ਹੋਵੇ। ਇਸ ਕਰਕੇ ਮੈਂ ਜੋ ਆਪਣਾ ਪੰਜਾਬੀ ਦਾ 12ਵੀਂ ਕਲਾਸ ਦਾ ਸਿਲੇਬਸ ਹੈ, ਜੋ ਰਿਮੂਵ ਹੋ ਕੇ ਬਚਿਆ ਹੋਇਆ ਸਿਲੇਬਸ ਹੈ, ਉਹ ਮੈਂ YouTube 'ਤੇ ਸਾਰੇ ਦਾ ਸਾਰਾ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਕਿ ਉਹਨਾਂ ਵਿਦਿਆਰਥੀਆਂ ਦੀ ਵਧੀਆ ਤਿਆਰੀ ਹੋ ਜਾਵੇ ਔਰ ਉਹ ਪੇਪਰਾਂ ਵਿੱਚ ਚੰਗੇ ਅੰਕ ਲੈ ਕੇ ਪਾਸ ਹੋ ਜਾਣ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੋ 12ਵੀਂ ਕਲਾਸ ਦਾ 12th ਦਾ ਸਿਲੇਬਸ ਹੈ, ਉਹਦੀ ਗੱਲ ਕਰਦੇ ਹਾਂ ਕਿ ਮਤਲਬ ਕਿੰਨਾ ਕੁਛ ਬਚ ਗਿਆ ਹੈ ਰਿਮੂਵ ਹੋਣ ਤੋਂ ਬਾਅਦ। ਤਾਂ ਦੇਖੋ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਤਾਂ ਹੈ ਆਪਣਾ अपठित गद्यांश, ठीक है। अपठित गद्यांश ये 10 नंबरों का आऊगा। अपठित गद्यांश का मतलब होंगे अनडिठा पैरा। अपठित गद्यांश तो भाव है अनडिठा पैरा। एक पैरा आता है, हेठा प्रश्न दिते होंगे है, वो प्रश्नों के उत्तर वो पैरे के विचों देने होंगे है। 5 प्रश्न आउणगे, ये जो पैरा है ये अपने 10 नंबर का होगा, ठीक है जी। अज 3 नंबर ये 5 प्रश्न आउणगे, एक प्रश्न 2 नंबरों का होगा। ये पैरे वाला टॉपिक मैं पिछे की वीडियो पा दी सी कि इस दे नाल जुड़ियां किहड़ियां मुख गल्लां दा आपां नूं ध्यान रखना पैंदा है पेपर टाइम, तो तुसीं उस वीडियो नूं देख लिओ। उस तो बाद जो अपना अगे है वो है निबंध रचना, ये है 8 नंबर का। देखो, निबंध तो भाव इत्थे कोई लेख नहीं आऊगा तुहानूं। निबंध तो भाव है 12th क्लास दे विच इत्थे किसी कवि का परिचय पूछे जाऊगा, किसी कवि नाल संबंधित निबंध आऊगा। भाई वीर सिंह नाल आ सकता है, प्रोफैसर पूरन सिंह नाल, अमृता प्रीतम नाल, इन्हां दा पूरा बायोडाटा इन्हां दा एक निबंध के रूप में लिखना पऊगा, वो होंदा है। हालांकि पिछली बार दे अगर आपां पेपर की गल करिए तो उस निबंध आ गया सीगा, जिवें गुरु नानक देव जी, गुरु अंगद देव जी, दिवाली का लेख, इस तरह के लेख होंगे ना, वो निबंध आ गया सीगा। लेकिन उदों पिछले जिन्ने भी पेपर है सारिਆਂ 'ਚ कवि का जीवन परिचय पूछा जाता है। तो मैं तुहानूं इत्थे आही गल कहूँगा कि निबंध रचना ते तुसीं कवियां दे परिचय याद करने हैं, ठीक है। तुहानूं मेन इंपोर्टेंट कवि दस दूँगा, 4 या 5, उन्होंने पूरा बायोडाटा दिता होंगे किताब के पहला, वो सारा पढ़ के रखियो, वो उतारना है। ये दूजा निबंध नहीं आता जो आप जिमें होली का, दिवाली का या इस टाइप का निबंध नहीं आऊगा। तीसरा है कहानी रचना, ठीक है। कहानी रचना ये 4 नंबर का होंदा है। ये की है एक टॉपिक दिता होगा जिमें ईमानदारी का फल,
ਜਾਂ ਇਮਾਨਦਾਰ ਲੱਕੜਹਾਰਾ, ਲਾਲਚ ਬੁਰੀ ਬਲਾਂ, ਇਸ ਤਰ੍ਹਾਂ ਇੱਕ ਟੌਪਿਕ ਦਿੱਤਾ ਹੋਊਗਾ, ਉਸ 'ਤੇ ਜੋੜ ਕੇ ਤੁਸੀਂ ਇੱਕ ਕਹਾਣੀ ਲਿਖਣੀ ਹੈ। ਆਰਾਮ ਨਾਲ ਲਿਖ ਸਕਦੇ ਹੋ ਤੁਸੀਂ ਕਹਾਣੀਆਂ ਲਗਭਗ ਪੜ੍ਹੀਆਂ, ਜਿਵੇਂ ਸ਼ੇਰ ਔਰ ਚੂਹਾ, ਬਾਂਦਰ ਤੇ ਮਗਰਮੱਛ, ਜਾਂ ਸਰਬਤ ਦਾ ਭਲਾ। ਇਸ ਤਰ੍ਹਾਂ ਕੋਈ ਵੀ ਇੱਕ ਟੌਪਿਕ ਦਿੱਤਾ ਹੋਊਗਾ, ਉਸ ਟੌਪਿਕ ਨਾਲ ਜੁੜਦੀ ਹੋਈ ਤੁਹਾਨੂੰ ਇੱਕ ਕਹਾਣੀ ਲਿਖਣੀ ਹੋਊਗੀ। ਲਗਭਗ ਤੁਸੀਂ ਲਿਖ ਦਿਓਗੇ, ਫਿਰ ਵੀ ਮੈਂ ਕਿਸੇ ਵੀਡੀਓ 'ਚ ਥੋੜ੍ਹਾ ਬਹੁਤ ਇਸ ਦੇ ਬਾਰੇ ਸਮਝਾ ਦੂੰਗਾ। ਠੀਕ ਹੈ ਜੀ। ਉਸ ਤੋਂ ਅੱਗੇ ਜੋ ਆਪਣੇ ਟੌਪਿਕ ਹੈ ਵਿਆਕਰਣ ਦੇ ਟੌਪਿਕ ਹੈ। ਵਿਆਕਰਣ ਦੇ ਵਿੱਚ ਕੀ ਹੈ? ਅਖਾਣ ਹੈ, ਮੁਹਾਵਰੇ ਹੈ, ਵਿਰਾਮ ਚਿੰਨ੍ਹ ਲਾ ਕੇ ਲਿਖੋ। ਇਹ 5 5 ਅਤੇ 3 ਯਾਨੀ ਕਿ 13 ਨੰਬਰ ਦੇ ਟੌਪਿਕ ਹੈ 3। ਇਹ ਵੀ ਤੁਹਾਨੂੰ ਕਰਵਾ ਦਿੱਤੇ ਜਾਣਗੇ, ਇਸ 'ਚ ਕੋਈ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈ। ਉਸ ਤੋਂ ਬਾਅਦ ਜੋ ਇੱਕ ਆਹ ਟੌਪਿਕ ਹੈ ਨਾ, ਕਵਿਤਾਵਾਂ, ਕਵਿਤਾ ਵਾਲਾ ਟੌਪਿਕ ਹੈ, ਇਹ 20 ਨੰਬਰ ਦਾ ਟੌਪਿਕ ਹੈ। ਇਹ ਮੁੱਖ ਟੌਪਿਕ ਹੁੰਦਾ, ਕਿਉਂਕਿ ਜਿੰਨਾ ਚਿਰ ਆਪਾਂ ਨੂੰ ਕਵਿਤਾ ਦਾ ਪ੍ਰਸੰਗ, ਵਿਆਖਿਆ, ਉਹਦੇ ਸ਼ਬਦਾਂ ਦੇ ਅਰਥ ਨਹੀਂ ਪਤਾ, ਤਾਂ ਆਪਾਂ ਨੂੰ ਬਹੁਤ ਜ਼ਿਆਦਾ ਪੇਪਰ ਦੇ ਵਿੱਚ ਦਿੱਕਤ ਮਹਿਸੂਸ ਹੁੰਦੀ। 20 ਨੰਬਰ ਦੇ ਪ੍ਰਸ਼ਨ ਇਹਦੇ ਵਿੱਚ ਆਉਂਦੇ ਆ, ਤਾਂ ਇਹ ਮੇਨ ਇਹੀ ਹੈ। ਠੀਕ ਹੈ ਜੀ। ਇਹ ਜਿੰਨੀਆਂ ਵੀ ਕਵਿਤਾਵਾਂ ਬਚੀਆਂ ਰਿਮੂਵ ਹੋ ਕੇ, ਮੈਂ ਸਾਰੀਆਂ ਦੀ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਕਰਵਾਊਂਗਾ, ਇੱਕ ਇੱਕ ਸ਼ਬਦ ਦਾ ਅਰਥ ਦੱਸੂੰਗਾ, ਔਰ ਪੇਪਰ ਦੇ ਵਿੱਚ ਕਿਵੇਂ ਤੁਸੀਂ ਕੁਐਸਚਨ ਨੂੰ ਹੈਂਡਲ ਕਰਨਾ ਹੈ ਉਹ ਚੀਜ਼ ਦੇ ਬਾਰੇ ਵੀ ਤੁਹਾਨੂੰ ਦੱਸੂੰਗਾ। ਉਸ ਤੋਂ ਅੱਗੇ ਜੋ ਆਪਣਾ ਇਹ ਕਹਾਣੀਆਂ ਵਾਲਾ ਪਾਰਟ ਆ ਗਿਆ। ਠੀਕ ਹੈ। ਇਹਨਾਂ ਵਿੱਚੋਂ ਸਿੱਧੇ ਹੀ ਪ੍ਰਸ਼ਨ ਉੱਤਰ ਆਉਂਦੇ ਹੈਗੇ ਆ, ਜਿਵੇਂ ਆਪਾਂ ਨੋਰਮਲ ਕਰਦੇ ਹਾਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਫਿਰ ਵੀ ਇਹਨਾਂ ਨਾਲ ਜੁੜੇ ਹੋਏ ਵੀ ਮੁੱਖ ਪ੍ਰਸ਼ਨ ਤੁਹਾਨੂੰ ਕਰਵਾ ਦਿਆਂਗੇ। ਉਸ ਤੋਂ ਬਾਅਦ ਸਾਹਿਤਿਆ ਦੇ ਟੌਪਿਕ ਹੈ, ਕਵਿਤਾ, ਇਕਾਂਕੀ, ਲਘੂ ਕਥਾ, ਇਹ ਰਸ ਹੈਗੇ ਹੈ। ਠੀਕ ਹੈ। ਇਹਨਾਂ ਨਾਲ ਵੀ ਮਤਲਬ ਜੁੜੇ ਪ੍ਰਸ਼ਨ ਕਿਸ ਤਰ੍ਹਾਂ ਆਉਣਗੇ, ਇਹ ਕੀ ਚੀਜ਼ਾਂ ਹੁੰਦੀਆਂ, ਪ੍ਰਸ਼ਨ ਕਿੱਦਾਂ ਦਾ ਪ੍ਰਸ਼ਨ ਪੈਂਦਾ, ਉਹਨੂੰ ਆਪਾਂ ਕਿਵੇਂ ਉੱਤਰ ਦੇਣਾ ਹੈ, ਇਹਦੇ ਨਾਲ ਜੁੜੀਆਂ ਵੀ ਗੱਲਾਂ ਤੁਹਾਨੂੰ ਮੈਂ ਦੱਸ ਦਊਂਗਾ। ਉਮੀਦ ਕਰਦਾ ਕਿ ਆਉਣ ਵਾਲੇ 20-25 ਦਿਨਾਂ ਦੇ ਵਿੱਚ ਲਗਭਗ ਜਿੰਨਾ ਵੀ ਆਪਣਾ ਸਿਲੇਬਸ ਹੈ 12ਵੀਂ ਦਾ, ਇਹ ਤੁਹਾਨੂੰ ਪੂਰੇ ਦਾ ਪੂਰਾ ਮੈਂ ਕੰਪਲੀਟ ਕਰਵਾ ਦੇਵਾਂਗਾ। ਠੀਕ ਹੈ ਜੀ। ਤਾਂ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਲੇਬਸ ਦੇ ਬਾਰੇ ਤਾਂ ਲਗਭਗ ਆਪਾਂ ਚਰਚਾ ਕਰ ਹੀ ਲਈ ਹੈ। ਹੁਣ ਆਪਾਂ ਜੋ ਆਪਣੀ ਪੰਜਾਬੀ ਦੀ ਪਾਠ ਪੁਸਤਕ ਹੈ 12ਵੀਂ ਕਲਾਸ ਦੇ ਵਿੱਚ ਲੱਗਦੀ ਹੈ, ਉਹਦੀ ਜਿਹੜੀ ਪਹਿਲੀ ਕਵਿਤਾ ਹੈ ਭਾਈ ਵੀਰ ਸਿੰਘ ਦੀ, ਉਹ ਕਵਿਤਾ ਦੀ ਵਿਆਖਿਆ ਕਰਾਂਗੇ, ਉਹਦੇ ਬਾਰੇ ਪੜ੍ਹਾਂਗੇ, ਇੱਕ ਇੱਕ ਸ਼ਬਦ ਦਾ ਅਰਥ ਜਾਣਾਂਗੇ ਕਿ ਕਵੀ ਕੀ ਕਹਿਣਾ ਚਾਹੁੰਦਾ ਹੈ, ਉਹਦਾ ਮਤਲਬ ਕੀ ਹੈ, ਅਰਥ ਕੀ ਹੈ, ਤਾਂ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਠੀਕ ਹੈ ਜੀ। ਤਾਂ ਆਹ ਆਪਣੀ 12th ਕਲਾਸ 'ਚ ਜੋ ਪੰਜਾਬੀ ਦੀ ਕਿਤਾਬ ਲੱਗਦੀ ਹੈ, ਪੰਜਾਬੀ ਕਾਵ ਧਾਰਾ ਭਾਗ ਦੂਜਾ। ਠੀਕ ਹੈ। ਇਹ ਆਪਣੀ 12ਵੀਂ ਕਲਾਸ 'ਚ ਪੰਜਾਬੀ ਦੀ ਕਿਤਾਬ ਲੱਗਦੀ ਹੈ। ਇਹਦੇ ਵਿੱਚ ਆਪਾਂ ਜੋ ਕਵਿਤਾਵਾਂ ਵਾਲਾ ਪਾਰਟ ਹੈ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ, ਜੋ ਆਪਣੀਆਂ ਕਵਿਤਾਵਾਂ ਬਚੀਆਂ ਹੋਈਆਂ ਉਹ ਪੜ੍ਹਾਂਗੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਜੋ ਆਪਣੀ ਪਹਿਲੀ ਕਵਿਤਾ ਹੈ ਉਹ ਭਾਈ ਵੀਰ ਸਿੰਘ ਦੀ ਕਵਿਤਾ ਹੈ। ਭਾਈ ਵੀਰ ਸਿੰਘ। ਠੀਕ ਹੈ ਜੀ। ਇਹ ਭਾਈ ਵੀਰ ਸਿੰਘ ਦਾ ਬਾਇਓਡਾਟਾ ਦਿੱਤਾ ਹੋਇਆ ਹੈ ਕਿ ਜੋ ਭਾਈ ਵੀਰ ਸਿੰਘ ਸੀ, ਉਹਨਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਜਨਮ ਦੇ ਬਾਰੇ ਦੱਸਿਆ ਕਿ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿੱਚ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਮਾਤਾ ਪਿਤਾ ਦਾ ਨਾਮ, ਇਹਨਾਂ ਦੀ ਕੀ ਕੁਆਲੀਫਿਕੇਸ਼ਨ ਸੀ, ਔਰ ਇਹਨਾਂ ਨੇ ਕਿਹੜੀਆਂ ਕਿਹੜੀਆਂ ਉਪਲਬਧੀਆਂ ਨੂੰ ਹਾਸਿਲ ਕੀਤਾ, ਕਿਹੜੀਆਂ ਕਿਹੜੀਆਂ ਇਹਨਾਂ ਦੀ ਕਵਿਤਾਵਾਂ ਹੈ, ਜਿਵੇਂ ਹੇਠਾਂ ਮਟਕ ਹੁਲਾਰੇ, ਲਹਿਰ ਹੁਲਾਰੇ, ਇਹਨਾਂ ਦੀ ਬਹੁਤ ਸਾਰੀਆਂ ਕਵਿਤਾਵਾਂ ਦੇ ਬਾਰੇ ਵੀ ਦੱਸਿਆ ਹੋਇਆ ਹੈ, ਔਰ ਇਹਨਾਂ ਨਾਲ ਜੁੜੀਆਂ ਇਹ ਮੁੱਖ ਗੱਲਾਂ ਹੈ। ਠੀਕ ਹੈ। ਇਹ ਕਾਵਿ ਪ੍ਰੀਚਿਆ ਤੁਹਾਡੇ ਉੱਥੇ ਕੰਮ ਆਊਗਾ। ਆਪਾਂ ਪਿੱਛੇ ਵੀ ਗੱਲ ਕੀਤੀ ਸੀ ਸਿਲੇਬਸ ਦੇ ਵਿੱਚ ਕਿ 8 ਨੰਬਰ ਦਾ ਇੱਕ ਨਿਬੰਧ ਆਊਗਾ ਜਿਸ 'ਚ ਕਵੀ ਦਾ ਪ੍ਰੀਚਿਆ ਪੁੱਛਿਆ ਜਾਊਗਾ, ਤਾਂ ਉੱਥੇ ਤੁਹਾਨੂੰ ਇਹ ਚੀਜ਼ ਲਿਖਣੀ ਪਊਗੀ। ਇਸ ਕਰਕੇ ਕਾਵਿ ਪ੍ਰੀਚਿਆ ਨੂੰ ਤੁਸੀਂ ਪੂਰੇ ਧਿਆਨ ਨਾਲ ਪੜ੍ਹਨਾ ਹੈ। ਸਾਰੇ ਕਵੀਆਂ ਦਾ ਤਾਂ ਤੁਸੀਂ ਚਾਹੇ ਨਾ ਪੜ੍ਹਿਓ, ਤੁਹਾਨੂੰ ਮੇਨ 4 ਜਾਂ 5 ਕਵੀ ਦੱਸ ਦੂੰਗਾ, ਤੁਸੀਂ ਉਹਨਾਂ ਦਾ ਪ੍ਰੀਚਿਆ ਚੰਗੀ ਤਰ੍ਹਾਂ ਰੱਟ ਲਿਓ, ਚੰਗੀ ਤਰ੍ਹਾਂ ਪੜ੍ਹ ਲਿਓ, ਤਾਂ ਕਿ ਉਹ ਪੇਪਰ ਦੇ ਵਿੱਚ ਤੁਹਾਡੇ ਕੰਮ ਆਵੇ। ਠੀਕ ਹੈ। ਤੁਹਾਨੂੰ ਦਿੱਕਤ ਨਾ ਮਹਿਸੂਸ ਹੋਵੇ, ਕਿਉਂਕਿ ਅਗਰ ਸਾਰਿਆਂ ਦਾ ਕਰੋਗੇ ਤਾਂ ਦੇਖੋ ਔਖਿਆਈ ਜੀ ਮਹਿਸੂਸ ਹੋਊਗੀ, ਚੰਗੀ ਤਰ੍ਹਾਂ ਥੋੜ੍ਹੇ ਮਤਲਬ ਉਹਨੂੰ ਕਵਰ ਨਹੀਂ ਕਰ ਪਾਉਂਗੇ, ਯਾਦ ਨਹੀਂ ਹੋਣਾ। ਲੇਕਿਨ 4 ਜਾਂ 5 ਮੇਨ ਤੁਹਾਨੂੰ ਦੱਸ ਦੂੰਗਾ ਕਵੀ, ਤੁਸੀਂ ਉਹਨਾਂ ਦਾ ਪ੍ਰੀਚਿਆ ਯਾਦ ਕਰ ਲਿਓ। ਪੂਰੀ ਮੈਨੂੰ ਉਮੀਦ ਹੈ, ਵਿਸ਼ਵਾਸ ਹੈ ਕਿ ਉਹਨਾਂ ਵਿੱਚੋਂ ਹੀ ਜੀਵਨ ਪ੍ਰੀਚਿਆ ਪੁੱਛਿਆ ਜਾਊਗਾ। ਤਾਂ ਆਪਾਂ ਭਾਈ ਵੀਰ ਸਿੰਘ ਜੀ ਦੀ ਜੋ ਕਵਿਤਾਵਾਂ ਹੈ, ਇਸ ਪਾਠ ਪੁਸਤਕ ਵਿੱਚ 3 ਕਵਿਤਾਵਾਂ ਦਿੱਤੀਆਂ ਹੈ। ਪਹਿਲੀ ਹੈ ਚੜ੍ਹ ਚੱਕ ਤੇ ਚੱਕ ਕੁਮਾਨੀ ਹਾਂ। ਉਸ ਤੋਂ ਅੱਗੇ ਜੋ ਕਵਿਤਾ ਹੈ ਉਹ ਹੈ ਸਮਾਂ, ਔਰ ਉਸ ਤੋਂ ਬਾਅਦ ਜੋ ਅਗਲੀ ਕਵਿਤਾ ਹੈ ਉਹ ਹੈ ਇਲਮ ਅਮਲ। ਠੀਕ ਹੈ ਜੀ। ਸਮਾਂ, ਉਸ ਤੋਂ ਬਾਅਦ ਹੈ ਇਲਮ ਅਮਲ। 3 ਕਵਿਤਾਵਾਂ ਹੈ, ਚੜ੍ਹ ਚੱਕ ਤੇ ਚੱਕ ਕੁਮਾਨੀ ਹਾਂ, ਸਮਾਂ ਤੇ ਇਲਮ ਅਮਲ। ਇਸ ਵੀਡੀਓ ਦੇ ਵਿੱਚ ਜੋ ਆਪਾਂ ਕਵਿਤਾ ਦੇ ਬਾਰੇ ਪੜ੍ਹਾਂਗੇ, ਉਹ ਪਹਿਲੀ ਕਵਿਤਾ ਹੈ ਚੜ੍ਹ ਚੱਕ ਤੇ ਚੱਕ ਕੁਮਾਨੀ ਹਾਂ। ਉਹਦੇ ਬਾਰੇ ਆਪਾਂ ਪੜ੍ਹਾਂਗੇ ਕਿ ਉਹਦੇ ਜ਼ਰੀਏ ਕਵੀ ਕੀ ਕਹਿਣਾ ਚਾਹੁੰਦਾ ਹੈ, ਔਰ ਇਸ ਦੇ ਜ਼ਰੀਏ ਆਪਾਂ ਨੂੰ ਕੀ ਸੰਦੇਸ਼ ਦੇ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਕਵਿਤਾ ਦਾ ਨਾਮ ਦੇਖੋ, ਚੜ੍ਹ ਚੱਕ ਤੇ ਚੱਕ ਕੁਮਾਨੀ ਹਾਂ। ਵੀ ਇਹਦਾ ਮਤਲਬ ਕੀ ਨਿਕਲਦਾ? ਚੜ੍ਹ ਚੱਕ ਤੇ ਚੱਕ ਕੁਮਾਨੀਆਂ। ਚੜ੍ਹ ਦਾ ਮਤਲਬ ਚੜ੍ਹਨਾ, ਚੱਕ ਦਾ ਮਤਲਬ
ਚੱਕ ਹੁੰਦਾ ਚਾਕ, ਜੋ ਘੁਮਿਆਰ ਭਾਂਡੇ ਬਣਾਉਣ ਲਈ ਇੱਕ ਔਜ਼ਾਰ ਹੈ, ਇੱਕ ਉਪਕਰਨ ਹੈ, ਉਹਨੂੰ ਪ੍ਰਯੋਗ ਵਿੱਚ ਲੈਂਦਾ ਹੈ ਭਾਂਡੇ ਬਣਾਉਣ ਲਈ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਚਾਕ, ਉਸ ਨੂੰ ਪੰਜਾਬੀ ਵਿੱਚ ਚੱਕ ਕਿਹਾ ਜਾਂਦਾ। ਘੁਮਾਨੀਆਂ ਦਾ ਮਤਲਬ ਉਸ ਨੂੰ ਘੁਮਾਉਣਾ। ਯਾਨੀ ਕਿ ਇਸ ਕਵਿਤਾ ਦੇ ਵਿੱਚ ਜੋ ਕਵੀ ਹੈ ਭਾਈ ਵੀਰ ਸਿੰਘ, ਆਪਣੇ ਆਪ ਨੂੰ ਇਹ ਕੀ ਮੰਨ ਰਿਹਾ ਹੈ, ਸੋਹਣੀ ਮਾਹੀਵਾਲ ਵਾਲੀ ਸੋਹਣੀ ਮੰਨ ਰਿਹਾ ਹੈ। ਠੀਕ ਹੈ, ਸੋਹਣੀ ਮਾਹੀਵਾਲ ਦੀ ਜੋ ਸੋਹਣੀ ਹੈ ਉਹਦਾ ਉਦਾਹਰਣ ਦੇ ਕੇ ਆਪਾਂ ਨੂੰ ਕੁਝ ਕਹਿਣਾ ਚਾਹੁੰਦਾ ਹੈ, ਕੁਝ ਸੰਦੇਸ਼ ਦੇ ਰਿਹਾ ਹੈ। ਸੋਹਣੀ ਮਾਹੀਵਾਲ ਤੁਸੀਂ ਜਾਣਦੇ ਹੋਵੋਗੇ। ਠੀਕ ਹੈ, ਜਦੋਂ ਆਪਾਂ ਪੰਜਾਬੀ ਦਾ ਸਾਹਿਤ ਪੜ੍ਹਦੇ ਹਾਂ ਵਿੱਚ ਬਹੁਤ ਸਾਰੇ ਆਸ਼ਿਕ ਲੋਕਾਂ ਦੇ ਬਾਰੇ ਪੜ੍ਹਦੇ ਹਾਂ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ, ਹੀਰ ਰਾਂਝਾ, ਉਹਨਾਂ ਵਿੱਚੋਂ ਇੱਕ ਸੀ ਸੋਹਣੀ ਮਾਹੀਵਾਲ। ਅਤੇ ਸੋਹਣੀ ਮਾਹੀਵਾਲ ਵਾਲੀ ਸੋਹਣੀ ਹੈਗੀ ਜਿਹੜੀ, ਉਸ ਦਾ ਉਦਾਹਰਣ ਦੇ ਕੇ ਹੀ ਆਪਾਂ ਨੂੰ ਕਵੀ ਕੁਛ ਸੰਦੇਸ਼ ਦੇ ਰਿਹਾ ਹੈ। ਕਵੀ ਕੀ ਕਹਿ ਰਿਹਾ ਹੈ, ਆਪਾਂ ਇਸ ਚੀਜ਼ ਦੀ ਅੱਗੇ ਵਿਆਖਿਆ ਕਰਦੇ ਹਾਂ, ਇਸ ਕਵਿਤਾ ਨੂੰ ਪੜ੍ਹਦੇ ਹਾਂ। ਤਾਂ ਪਹਿਲੀ ਲਾਈਨ ਵਿੱਚ ਕਵੀ ਕਹਿੰਦਾ ਹੈ, ਚੜ੍ਹ ਚੱਕ ਤੇ ਚੱਕ ਕੁਮਾਨੀਆਂ। ਠੀਕ ਹੈ, ਚੜ੍ਹ ਦਾ ਮਤਲਬ ਚੜ੍ਹਨਾ, ਚੱਕ ਦਾ ਮਤਲਬ ਜੋ ਚਾਕ ਹੁੰਦਾ ਹੈ, ਕੁਮਾਰ ਭਾਂਡੇ ਬਣਾਉਂਦਾ ਹੈ, ਉਸ ਨੂੰ। ਕੁਮਾਨੀਆਂ ਦਾ ਮਤਲਬ ਕੁਮਾਰੀਆਂ। ਕਿ ਜਿਹੜੀ ਸੋਹਣੀ ਮਾਹੀਵਾਲ ਵਾਲੀ ਸੋਹਣੀ ਹੈ, ਉਹ ਕੀ ਕਹਿ ਰਹੀ ਹੈ ਕਿ ਮੈਂ, ਜਦੋਂ ਉਹ ਆਪਣੇ ਘਰ ਵਿੱਚ ਘਰ ਦੇ ਕੰਮ ਕਾਜ ਕਰ ਰਹੀ ਹੁੰਦੀ ਹੈ, ਠੀਕ ਹੈ, ਆਪਣੇ ਘਰ ਵਿੱਚ ਬਰਤਨ ਬਣਾ ਰਹੀ ਹੁੰਦੀ ਹੈ, ਚਾਕ ਉੱਤੇ ਚੜ੍ਹ ਕੇ ਚਾਕ ਨੂੰ ਘੁਮਾ ਰਹੀ ਹੁੰਦੀ ਹੈ, ਤਾਂ ਉਸ ਵੇਲੇ ਉਹ ਇੱਕ ਕਲਪਨਾ ਵਿੱਚ, ਸੋਚਾਂ ਵਿੱਚ ਖੋ ਜਾਂਦੀ ਹੈ, ਆਪਣੇ ਮਾਹੀਵਾਲ ਦੇ, ਆਪਣੇ ਪ੍ਰੇਮੀ ਦੇ ਉਹ ਸੁਪਨੇ ਲੈਣ ਲੱਗ ਜਾਂਦੀ ਹੈ। ਅਗਲੀ ਲਾਈਨ ਵਿੱਚ ਕੀ ਲਿਖਿਆ ਹੈ, ਮਾਹੀਵਾਲ ਤੋਂ ਸਦਕੇ ਜਾਨੀਆਂ। ਮਾਹੀਵਾਲ ਉਸਦਾ ਪ੍ਰੇਮੀ ਸੀ। ਸਦਕੇ, ਸਦਕੇ ਦਾ ਮਤਲਬ ਉਹਦਾ ਕੁਰਬਾਨ ਹੋ ਜਾਣਾ, ਵਾਰੇ ਜਾਣਾ। ਠੀਕ ਹੈ, ਸੋਹਣੀ ਕੀ ਕਰੀ ਹੈ, ਚੜ੍ਹ ਚੱਕ ਤੇ ਚੱਕ ਕੁਮਾਨੀਆਂ। ਕਿ ਸੋਹਣੀ ਜਦੋਂ ਘਰ ਵਿੱਚ ਕੰਮ ਕਰ ਰਹੀ ਹੁੰਦੀ ਹੈ, ਚਾਕ ਉੱਤੇ ਚੜ੍ਹ ਕੇ ਉਸ ਨੂੰ ਘੁਮਾ ਰਹੀ ਹੁੰਦੀ ਹੈ, ਬਰਤਨ ਬਣਾ ਰਹੀ ਹੁੰਦੀ ਹੈ, ਤਾਂ ਉਸ ਟਾਈਮ ਉਹ ਆਪਣੇ ਮਾਹੀਵਾਲ ਦੇ, ਆਪਣੇ ਪ੍ਰੇਮੀ ਦੇ ਸੁਪਨੇ ਲੈਣ ਲੱਗ ਜਾਂਦੀ ਹੈ। ਉਹਨੂੰ ਐਂ ਲੱਗ ਰਿਹਾ ਹੈ ਕਿ ਉਹ ਆਪਣੇ ਪ੍ਰੇਮੀ ਨੂੰ ਮਿਲ ਰਹੀ ਹੈ ਔਰ ਉਸ ਤੋਂ ਉਹ ਵਾਰੇ ਜਾ ਰਹੀ ਹੈ, ਕੁਰਬਾਨ ਹੋ ਰਹੀ ਹੈ, ਆਪਣੇ ਮਾਹੀਵਾਲ ਦੇ ਉਹ ਸੁਪਨਿਆਂ ਵਿੱਚ ਖੋ ਜਾਂਦੀ ਹੈ। ਠੀਕ ਹੈ ਜੀ, ਔਰ ਉਹ ਸੁਪਨਿਆਂ ਵਿੱਚ ਖੋਈ ਹੋਈ ਨੂੰ, ਉਸ ਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਨਜ਼ਾਰਾ ਮਹਿਸੂਸ ਹੋਣ ਲੱਗ ਜਾਂਦਾ। ਉਹ ਕੀ ਕਹਿੰਦੀ ਹੈ ਕਿ ਮੈਂ ਤਾਂ ਬੱਦਲਾਂ ਨੂੰ ਫਰਸ਼ ਬਣਾਉਂਦੀ ਹਾਂ। ਉਹ ਆਪਣੇ ਮਾਹੀਵਾਲ ਦੇ, ਆਪਣੇ ਪ੍ਰੇਮੀ ਦੇ ਖਿਆਲਾਂ ਵਿੱਚ ਖੋਈ ਹੋਈ, ਉਸ ਨੂੰ ਐਂ ਲੱਗਦਾ ਹੈ ਕਿ ਉਹ ਆਸਮਾਨ ਦੇ ਵਿੱਚ ਉੱਡ ਰਹੀ ਹੈ। ਠੀਕ ਹੈ, ਬੱਦਲ, ਬੱਦਲ ਆਸਮਾਨ ਦੇ ਵਿੱਚ ਹੁੰਦੇ ਨਾ, ਬਾਦਲ ਜਿਨ੍ਹਾਂ ਤੋਂ ਮੀਂਹ ਵਰਸਦਾ ਹੈ। ਠੀਕ ਹੈ, ਫਰਸ਼ ਦਾ ਮਤਲਬ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਆਸਮਾਨ ਦੇ ਬੱਦਲਾਂ ਦੇ ਵਿੱਚ ਫਿਰ ਰਹੀ ਹੈ, ਉਹਨੇ ਬੱਦਲਾਂ ਨੂੰ ਫਰਸ਼ ਬਣਾ ਕੇ ਆਪਣੇ ਪੈਰਾਂ ਹੇਠ ਲੈ ਰੱਖਿਆ ਹੈ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ, ਉਹ ਆਪਣੇ ਪ੍ਰੇਮੀ ਦੇ ਖਿਆਲਾਂ ਵਿੱਚ ਖੋ ਜਾਂਦੀ ਹੈ। ਉੱਤੇ ਨਾਚ ਰੰਗੀਲੜੇ ਪਾਨੀ ਹਾਂ। ਠੀਕ ਹੈ, ਉੱਤੇ ਦਾ ਮਤਲਬ ਉੱਪਰ, ਉੱਤੇ ਦਾ ਮਤਲਬ ਕੀ ਹੈ, ਉੱਪਰ, ਨਾਚ ਦਾ ਮਤਲਬ ਨੱਚਣਾ, ਰੰਗੀਲੜੇ ਦਾ ਮਤਲਬ ਰੰਗ ਬਿਰੰਗੇ। ਠੀਕ ਹੈ, ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਆਸਮਾਨ ਦੇ ਵਿੱਚ ਬੱਦਲਾਂ ਦੇ ਵਿੱਚ ਉੱਡ ਰਹੀ ਹੈ, ਬੱਦਲਾਂ ਨੂੰ ਉਸਨੇ ਫਰਸ਼ ਬਣਾ ਰੱਖਿਆ ਹੈ ਅਤੇ ਉੱਤੇ ਉਹ ਰੰਗ ਬਿਰੰਗਾ ਨਾਚ ਕਰ ਰਹੀ ਹੈ, ਮਸਤੀ ਦੇ ਨਾਲ ਉਹ ਬੱਦਲਾਂ ਨੂੰ ਫਰਸ਼ ਬਣਾ ਕੇ ਉਹਨਾਂ 'ਤੇ ਨੱਚ ਰਹੀ ਹੈ। ਇਹ ਕੀ ਹੋ ਰਿਹਾ, ਇਹ ਕੇਵਲ ਉਹ ਕਲਪਨਾ ਕਰ ਰਹੀ ਹੈ। ਠੀਕ ਹੈ, ਸੋਚ ਰਹੀ ਹੈ, ਘਰੇ ਚਾਕ ਨੂੰ ਕਮਾਉਂਦੇ ਹੋਏ, ਬਰਤਨ ਬਣਾਉਂਦੇ ਹੋਏ, ਆਪਣੇ ਮਾਹੀਵਾਲ ਦੇ ਬਾਰੇ ਉਹ ਖਿਆਲ ਕਰ ਰਹੀ, ਉਹਨੂੰ ਸੋਚ ਰਹੀ ਹੈ, ਸੁਪਨੇ ਲੈ ਰਹੀ ਉਹਦੇ। ਉਸ ਤੋਂ ਅੱਗੇ ਉਹ ਕੀ ਕਹਿੰਦੀ ਹੈ, ਬਾਜੀ ਬਿਜਲੀ ਦੇ ਨਾਲ ਲਗਾਨੀਆਂ। ਕੀ ਕਹਿੰਦੀ ਹੈ, ਬਾਜੀ ਬਿਜਲੀ ਦੇ ਨਾਲ ਲਗਾਨੀਆਂ, ਖਿੜਖਿੜ ਹੱਸਨੀਆਂ ਉਹਨੂੰ ਸ਼ਰਮਾਨੀਆਂ। ਦੇਖੋ, ਬਾਜੀ ਦਾ ਮਤਲਬ ਹੁੰਦਾ ਸ਼ਰਤ, ਬਿਜਲੀ ਦਾ ਮਤਲਬ ਜੋ ਆਸਮਾਨ ਦੀ ਬਿਜਲੀ ਹੁੰਦੀ ਹੈ, ਆਸਮਾਨ ਵਿੱਚ ਜਦੋਂ ਮੀਂਹ ਪੈਂਦਾ ਹੈ ਬਿਜਲੀ ਲਚਕਦੀ ਹੈ ਨਾ, ਉਹ ਕਹਿੰਦੀ ਹੈ ਕਿ ਮੈਂ ਉਸ ਬਿਜਲੀ ਦੇ ਨਾਲ ਬਾਜੀ ਲਗਾ ਰਹੀ ਹਾਂ, ਉਸ ਦੇ ਨਾਲ ਸ਼ਰਤ ਲਗਾ ਰਹੀ ਹਾਂ। ਕੀ ਸ਼ਰਤ ਲਗਾ ਰਹੀ ਹੈ, ਖਿੜਖਿੜ ਹੱਸਨੀਆਂ। ਖਿੜਖਿੜ ਹੱਸਣੀ ਦਾ ਮਤਲਬ ਖੁੱਲ੍ਹ ਕੇ ਹੱਸਣਾ। ਕੁੜੀਆਂ, ਕਈ ਕੁੜੀਆਂ ਜਾਂ ਮੁੰਡਾ ਕੋਈ ਵੀ, ਮਤਲਬ ਜਦੋਂ ਕੋਈ ਇਹੋ ਜਿਹੀ ਖੁਸ਼ੀ ਦੀ ਗੱਲ ਹੁੰਦੀ, ਆਪਾਂ ਬਹੁਤ ਜ਼ਿਆਦਾ ਖਿੜ ਕੇ ਹੱਸਦੇ ਹਾਂ, ਤਾਂ ਉਸ ਨੂੰ ਕਹਿੰਦੇ ਹੈ ਖਿੜਖਿੜ ਹੱਸਣਾ, ਬਹੁਤ ਜ਼ਿਆਦਾ ਹੱਸਣਾ। ਖਿੜਖਿੜ ਹੱਸਣੀ ਆ ਉਹਨੂੰ ਸ਼ਰਮਾਨੀ ਆ, ਉਹਨੂੰ ਦਾ ਮਤਲਬ ਬਿਜਲੀ ਨੂੰ, ਸ਼ਰਮਾਨੀ ਦਾ ਮਤਲਬ ਸ਼ਰਮਾ ਦੇਣੀ ਹੈ। ਕੀ ਕਹਿ ਰਹੀ ਹੈ ਸੋਹਣੀ ਕਿ ਦੇਖੋ, ਮੈਂ ਆਸਮਾਨ ਦੀ ਬਿਜਲੀ ਨਾਲ ਸ਼ਰਤ ਲਗਾ ਕੇ, ਆਪਣੀ ਹਾਸੀ ਨਾਲ, ਆਪਣੀ ਮੁਸਕਰਾਹਟ ਨਾਲ, ਖਿੜ ਕੇ ਹੱਸ ਕੇ ਮੈਂ ਉਸ ਬਿਜਲੀ ਨੂੰ ਵੀ ਸ਼ਰਮਾ ਦਿੰਦੀ ਹਾਂ। ਉਹ ਬਿਜਲੀ ਵੀ ਮੇਰੀ ਮੁਸਕਾਨ ਦੇ ਅੱਗੇ ਫਿੱਕੀ ਪੈ ਜਾਂਦੀ ਹੈ। ਠੀਕ ਹੈ, ਕਿ ਆਪਣੀ ਹਾਸੀ ਨਾਲ ਮੈਂ ਉਸ ਨੂੰ ਵੀ ਸ਼ਰਮਾ ਦਿੰਦੀ ਹਾਂ। ਇਹ ਸਭ ਮਾਹੀਵਾਲ, ਆਪਣੇ ਮਾਹੀਵਾਲ ਦੇ ਖਿਆਲਾਂ ਵਿੱਚ ਖੋਈ ਹੋਈ ਸੋਹਣੀ ਸੁਪਨੇ ਦੇਖ ਰਹੀ ਹੈ। ਉਸ ਤੋਂ ਅੱਗੇ ਉਹ ਕੀ ਦੇਖਦੀ ਹੈ, ਕੀ ਕਹਿ ਰਹੀ ਹੈ ਕਿ ਤਾਰੇ ਕੇਸਾਂ ਦੇ ਵਿੱਚ ਗੁੰਦਾਨੀਆਂ। ਤਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਕੇਸ ਕਹਿੰਦੇ ਆ ਵਾਲਾਂ ਨੂੰ, ਸਿਰ ਦੇ ਵਾਲ, ਕੇਸਾਂ ਦੇ ਵਿੱਚ ਗੁੰਦਾਨੀਆਂ। ਕਿ ਗੁੰਦਾਨੀ ਮਤਲਬ ਸਿਰ ਦੇ ਵਿੱਚ ਸਜਾ ਲੈਣਾ। ਠੀਕ ਹੈ, ਜਿਵੇਂ ਕੁੜੀਆਂ ਨਹੀਂ ਵਾਲਾਂ ਦੇ ਵਿੱਚ ਕਲਿੱਪ ਵਗੈਰਾ ਲਗਾ ਲੈਂਦੀਆਂ, ਠੀਕ ਹੈ, ਤਾਂ ਸੂਈਆਂ ਕਲਿੱਪ ਲਗਾ ਲੈਂਦੀਆਂ, ਉਸ ਤਰ੍ਹਾਂ ਉਹ ਕਹਿੰਦੀ ਹੈ ਕਿ ਆਸਮਾਨ ਦੇ ਜਿੰਨੇ ਵੀ ਤਾਰੇ ਹੈ, ਇਹਨੂੰ ਮੈਂ ਆਪਣੇ ਵਾਲਾਂ ਦੇ ਵਿੱਚ ਗੁੰਦਾ ਲਿਆ, ਯਾਨੀ ਕਿ ਸਜਾ ਲਿਆ ਹੈ। ਚੰਦ ਮੱਥੇ 'ਤੇ ਚਾਹ ਲਟਕਾਨੀ ਹਾਂ। ਚੰਦ ਦਾ ਮਤਲਬ ਚੰਦਰਮਾ,
ਮੱਥੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਲਟਕਾਨੀ ਦਾ ਮਤਲਬ ਕਿ ਚੰਦ ਨੂੰ ਮੈਂ ਆਪਣੇ ਲਟਕਾਨੀ ਦਾ ਮਤਲਬ ਲਗਾ ਲਿਆ, ਕਿ ਚੰਦ ਨੂੰ ਵੀ ਮੈਂ ਆਪਣੇ ਮੱਥੇ ਦਾ ਟਿੱਕਾ ਬਣਾ ਕੇ ਆਪਣੇ ਮੱਥੇ ਉੱਪਰ ਲਗਾ ਲਿਆ। ਯਾਨੀ ਕਿ ਉਹ ਆਸਮਾਨ ਦੇ ਚੰਦ ਤਾਰਿਆਂ ਨੂੰ ਆਪਣੇ ਗਹਿਣੇ ਸਮਝ ਕੇ ਉਹਨਾਂ ਦਾ ਇਸਤੇਮਾਲ ਕਰ ਰਹੀ ਹੈ, ਕਿ ਤਾਰਿਆਂ ਨੂੰ ਤਾਂ ਮੈਂ ਆਪਣੇ ਵਾਲਾਂ ਵਿੱਚ ਗੁੰਦਵਾ ਲੂੰਗੀ, ਕੇਸਾਂ ਵਿੱਚ, ਔਰ ਚੰਦ ਨੂੰ ਟਿੱਕਾ ਬਣਾ ਕੇ ਮੈਂ ਆਪਣੇ ਮੱਥੇ 'ਤੇ ਲਟਕਾ ਲੂੰਗੀ। ਇਸ ਤਰ੍ਹਾਂ ਦੇ ਉਹ ਸੁਪਨੇ ਵੇਖ ਰਹੀ ਹੈ। ਉਸ ਤੋਂ ਅੱਗੇ ਕੀ ਦੇਖਦੀ ਉਹ, ਕਿ ਨੀਲੇ ਅਰਸ਼ਾਂ 'ਤੇ ਠੁਮਕਦੀ ਜਾਨੀ ਹਾਂ, ਮੀਂਹ ਕਿਰਨਾਂ ਦਾ ਪਈ ਵਸਾਨੀ ਹਾਂ। ਨੀਲੇ ਅਰਸ਼ਾਂ 'ਤੇ, ਅਰਸ਼ ਦਾ ਮਤਲਬ ਹੁੰਦਾ ਆਸਮਾਨ, ਕਿ ਨੀਲੇ ਆਸਮਾਨ 'ਤੇ ਠੁਮਕਦੀ ਜਾਨੀ ਹੈ। ਠੁਮਕ ਦਾ ਮਤਲਬ ਮਟਕ ਮਟਕ ਕੇ ਚੱਲਣਾ, ਮਸਤੀ ਨਾਲ ਚੱਲਣਾ। ਉਹ ਆਪਣੇ ਆਪ ਨੂੰ ਨੀਲੇ ਆਸਮਾਨ ਦੇ ਵਿੱਚ ਮਸਤੀ ਨਾਲ ਮਟਕ ਮਟਕ ਕੇ ਚੱਲਦਾ ਹੋਇਆ ਮਹਿਸੂਸ ਕਰ ਰਹੀ ਹੈ। ਮੀਂਹ ਕਿਰਨਾਂ ਦਾ ਪਈ ਵਸਾਨੀ ਹੈ, ਮੀਂਹ ਦਾ ਮਤਲਬ ਬਾਰਿਸ਼, ਠੀਕ ਹੈ। ਕਿਰਨਾਂ ਦਾ ਪਈ ਵਸਾਨੀ ਹੈ, ਕਿਰਨਾਂ ਤੋਂ ਭਾਵ ਹੈ ਇੱਥੇ ਉਹ ਕਹਿ ਰਹੀ ਹੈ ਕਿ ਮੈਂ ਆਪਣੇ ਹੁਸਨ ਦੀਆਂ ਕਿਰਨਾਂ ਦਾ ਮੀਂਹ ਵਰਸਾ ਰਹੀ ਹਾਂ, ਠੀਕ ਹੈ। ਆਸਮਾਨ 'ਤੇ ਆਪਣੇ ਆਪ ਨੂੰ ਖੁਦ ਨੂੰ ਉਹ ਮਟਕ ਮਟਕ ਕੇ ਚੱਲਦਾ ਹੋਇਆ ਮਹਿਸੂਸ ਕਰਦੀ ਹੈ, ਔਰ ਕਹਿੰਦੀ ਹੈ ਕਿ ਮੈਂ ਧਰਤੀ 'ਤੇ ਆਪਣੇ ਹੁਸਨ ਦੀ ਬਾਰਿਸ਼ ਕਰ ਰਹੀ ਹਾਂ, ਆਪਣੇ ਹੁਸਨ ਦੀ ਕਣੀਆਂ ਦਾ ਮੀਂਹ ਵਰਸਾ ਰਹੀ ਹਾਂ। ਜਿੰਦ ਕਣੀਆਂ ਦੀ ਲੁੱਟ ਲੁਟਾਨੀ ਹਾਂ, ਜਿੰਦ ਦਾ ਮਤਲਬ ਆਤਮਾ, ਕਣੀਆਂ ਮਤਲਬ ਕਣੀਆਂ ਜਿਹੜੀਆਂ ਜਦੋਂ ਮੀਂਹ ਪੈਂਦਾ ਹੈ, ਬੱਦਲ ਪੈਂਦਾ, ਤੋਂ ਬੂੰਦਾਂ ਡਿੱਗਦੀਆਂ, ਉਹਨੂੰ ਪੰਜਾਬੀ 'ਚ ਕਣੀਆਂ ਕਹਿੰਦੇ ਆ। ਦੇਖੋ ਬਹੁਤ ਸਾਰੇ ਲਗਭਗ ਤਾਂ ਵਿਦਿਆਰਥੀਆਂ ਨੂੰ ਪਤਾ ਹੀ ਹੈ, ਲੇਕਿਨ ਕਈ ਸ਼ਹਿਰੀ ਵਰਗ ਨਾਲ ਸੰਬੰਧਿਤ ਵਿਦਿਆਰਥੀ ਜਿਨ੍ਹਾਂ ਕੋਲ ਪੰਜਾਬੀ ਹੈ, ਉਹਨਾਂ ਨੂੰ ਪਿਓਰ ਪੰਜਾਬੀ ਦੇ ਕਈ ਸ਼ਬਦ ਪਤਾ ਨਹੀਂ ਹੁੰਦੇ, ਇਸ ਕਰਕੇ ਮੈਂ ਥੋੜ੍ਹਾ ਹਿੰਦੀ 'ਚ ਵੀ ਨਾਲ ਦੱਸ ਦਿੰਦਾ, ਠੀਕ ਹੈ। ਜਿੰਦ ਕਣੀਆਂ ਦੀ ਲੁੱਟ ਲੁਟਾਨੀ ਹਾਂ, ਕਿ ਜਦੋਂ ਮੇਰੇ ਹੁਸਨ ਦੀ ਕਿਰਨਾਂ ਦੀ ਬਾਰਿਸ਼ ਹੋ ਰਹੀ ਧਰਤੀ 'ਤੇ, ਤਾਂ ਉਸ ਨੂੰ ਦੇਖ ਕੇ ਜੋ ਬੱਦਲਾਂ ਵਿੱਚੋਂ ਡਿੱਗਣ ਵਾਲੀਆਂ ਕਣੀਆਂ ਹੈ, ਉਹਨਾਂ ਦੀ ਜਿੰਦ, ਉਹਨਾਂ ਦੀ ਆਤਮਾ ਲੁੱਟਦੀ ਜਾ ਰਹੀ ਹੈ, ਠੀਕ ਹੈ। ਸਮਝ ਗਏ ਮੇਰੀ ਗੱਲ, ਕਿ ਉਹ ਆਪਣੇ ਹੁਸਨ ਦੀ ਕਿਰਨਾਂ ਦੀ ਬਾਰਿਸ਼ ਕਰ ਰਹੀ ਹੈ। ਉਹ ਦੇਖ ਰਹੀ ਹੈ, ਕਹਿ ਰਹੀ ਹੈ ਕਿ ਮੇਰੀ ਹੁਸਨ ਦੀ ਕਿਰਨਾਂ ਅੱਗੇ ਜੋ ਬੱਦਲਾਂ ਵਿੱਚੋਂ ਕਣੀਆਂ ਡਿੱਗ ਰਹੀਆਂ ਹੈ, ਇਹਨਾਂ ਦੀ ਜਿੰਦ ਲੁੱਟਦੀ ਹੋਈ ਮਹਿਸੂਸ ਹੁੰਦੀ ਹੈ। ਅਰਸ਼ੀ ਪੀਂਗ ਕਮਾਨ ਬਣਾਨੀ ਆ, ਅਰਸ਼ੀ ਪੀਂਗ ਕਮਾਨ ਬਣਾਣੀ, ਅਰਸ਼ੀ ਦਾ ਮਤਲਬ ਹੁੰਦਾ ਹੈ ਆਸਮਾਨ, ਠੀਕ ਹੈ। ਪੀਂਗ ਤੋਂ ਭਾਵ ਹੈ ਜਿਹੜੀ ਆਸਮਾਨ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਇੱਕ ਸਤਰੰਗੀ ਪੀਂਗ ਬਣਦੀ ਹੈ, ਠੀਕ ਹੈ, ਜਿਹਨੂੰ ਰੈਂਬੋ ਕਹਿੰਦੇ ਹੈ, ਠੀਕ ਹੈ। ਉਸ ਨੂੰ ਕਿਹਾ ਗਿਆ ਹੈ ਕਿ ਅਰਸ਼ੀ ਪੀਂਗ, ਜੋ ਆਸਮਾਨ ਦੇ ਵਿੱਚ ਪੀਂਗ ਪੈਂਦੀ ਹੈ, ਉਸ ਨੂੰ ਮੈਂ ਆਪਣੀ ਕਮਾਨ ਬਣਾ ਲੈਂਦੀ ਹੈ। ਕਮਾਨ ਕਿਹਨੂੰ ਕਹਿੰਦੇ ਹੈ? ਤੀਰ ਚਲਾਉਣ ਵਾਲਾ ਇੱਕ ਹਥਿਆਰ ਹੁੰਦਾ ਹੈ, ਜੋ ਇੰਗਲਿਸ਼ ਦੇ ਅਕਸ਼ਰ ਡੀ ਦੀ ਤਰ੍ਹਾਂ ਹੁੰਦਾ ਹੈ। ਮਹਾਭਾਰਤ ਰਾਮਾਇਣ ਦੇ ਵਿੱਚ ਤੁਸੀਂ ਦੇਖਿਆ ਹੀ ਤੀਰ ਚਲਾਉਂਦੇ ਆ, ਠੀਕ ਹੈ, ਉਸ ਨੂੰ ਕਮਾਨ ਕਹਿੰਦੇ ਆ। ਉਹ ਕਹਿੰਦੀ ਆਸਮਾਨ ਦੀ ਪੀਂਗ ਜੋ ਰੈਂਬੋ ਹੈ, ਆਸਮਾਨ ਦੇ ਵਿੱਚ ਹੁੰਦੀ ਹੈ, ਠੀਕ ਹੈ। ਅਰਸ਼ੀ ਪੀਂਗ ਹੈ, ਉਸ ਨੂੰ ਮੈਂ ਆਪਣਾ ਕਮਾਨ ਬਣਾ ਰਿਹਾ ਹੈ, ਉਸ ਨੂੰ ਮੈਂ ਆਪਣਾ ਕਮਾਨ ਬਣਾ ਰੱਖਿਆ ਹੈ। ਅਤੇ ਰੰਗ ਰੂਪ ਦੇ ਤੀਰ ਵਸਾਨੀਆਂ, ਕਿ ਧਰਤੀ ਉੱਤੇ ਆਪਣੇ ਰੰਗ ਰੂਪ ਦੇ, ਆਪਣੀ ਸੁੰਦਰਤਾ ਦੇ ਮੈਂ ਤੀਰ ਵਰਸਾ ਰਹੀ ਹਾਂ। ਵਸਾਨੀ ਦਾ ਮਤਲਬ ਵਰਸਾਉਣਾ, ਠੀਕ ਹੈ ਜੀ। ਉਸ ਤੋਂ ਅਗਲੀ ਲਾਈਨ ਵਿੱਚ ਕੀ ਕਿਹਾ ਗਿਆ ਹੈ ਕਿ ਨੂਰ ਅੱਖੀਆਂ ਵਿੱਚ ਸਮਾਨੀਆਂ, ਨੂਰ ਅੱਖੀਆਂ ਵਿੱਚ ਸਮਾਨੀਆਂ। ਨੂਰ ਦਾ ਮਤਲਬ ਰੋਸ਼ਨੀ, ਅੱਖੀਆਂ ਦਾ ਮਤਲਬ ਅੱਖਾਂ, ਸਮਾਨੀਆਂ ਦਾ ਮਤਲਬ ਸਮਾ ਲੈਣਾ, ਕਿ ਮੈਂ ਜਿੰਨੀ ਵੀ ਰੱਬੀ ਰੋਸ਼ਨੀ ਹੈ, ਰੱਬੀ ਕੁਦਰਤ ਹੈ, ਠੀਕ ਹੈ, ਉਸ ਨੂੰ ਮੈਂ ਆਪਣੀ ਅੱਖਾਂ ਵਿੱਚ ਸਮਾ ਲੈਂਦੀ ਹਾਂ। ਨੂਰੋ ਨੂਰ ਹੁਵੰਦੜੀ ਜਾਨੀ ਹਾਂ, ਠੀਕ ਹੈ। ਹੁਵੰਦੜੀ ਦਾ ਮਤਲਬ ਹੈ ਹੋ ਗਈ, ਨੂਰੋ ਨੂਰ ਦਾ ਮਤਲਬ ਕਿ ਉਸ ਰੋਸ਼ਨੀ ਦੇ ਵਿੱਚ ਮੈਂ ਬਿਲਕੁਲ ਨੂਰੋ ਨੂਰ ਹੋ ਗਈ, ਠੀਕ ਹੈ। ਸਾਰੇ ਦਾ ਸਾਰਾ ਨੂਰ ਮੈਂ ਆਪਣੀਆਂ ਅੱਖੀਆਂ ਵਿੱਚ ਵਸਾ ਲਿਆ, ਇਸ ਕਰਕੇ ਮੈਂ ਖੁਦ ਨੂਰੋ ਨੂਰ ਹੋ ਗਈ ਹੈ। ਨੂਰ ਨੂਰੀਆਂ ਨੂੰ ਪਈ ਲਾਨੀ ਹਾਂ, ਨੂਰ ਨੂਰੀਆਂ ਨੂੰ ਪਈ ਲਾਨੀ ਹਾਂ, ਕਿ ਹੋਰ ਚਮਕਣ ਵਾਲੀਆਂ ਜੋ ਜਿੰਨੀਆਂ ਵੀ ਵਸਤੂਆਂ ਹੈ, ਮੈਂ ਉਹਨਾਂ ਨੂੰ ਵੀ ਆਪਣੀ ਰੋਸ਼ਨੀ ਦੇ ਨਾਲ ਉਹਨਾਂ ਨੂੰ ਵੀ ਨੂਰੋ ਨੂਰ ਕਰ ਰਹੀ ਹਾਂ, ਚਮਕਾ ਰਹੀ ਹਾਂ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜੀ ਸੋਹਣੀ ਹੈ ਉਹ ਸੁਪਨੇ ਲੈ ਰਹੀ ਹੈ, ਘਰ ਦੇ ਕੰਮਕਾਜ ਕਰਦੇ ਹੋਏ, ਚਾਕ ਨੂੰ ਘੁਮਾਉਂਦੇ ਹੋਏ, ਆਪਣੇ ਮਾਹੀਵਾਲ ਦੇ, ਆਪਣੇ ਪ੍ਰੇਮੀ ਦੇ ਉਹ ਸੁਪਨੇ ਲੈ ਰਹੀ ਹੈ, ਠੀਕ ਹੈ। ਉਹਦੇ ਬਾਰੇ ਸੋਚ ਰਹੀ ਹੈ, ਉਹਦੇ ਖੁਆਬਾਂ ਵਿੱਚ, ਖਿਆਲਾਂ ਵਿੱਚ ਖੋਈ ਹੋਈ ਹੈ। ਤਾਂ ਇਹ ਸੀ ਆਪਣੀ ਜੋ ਪਹਿਲੀ ਕਵਿਤਾ ਸੀ, ਚੜ੍ਹ ਚੱਕ ਤੇ ਚੱਕ ਘੁਮਾਨੀ ਹਾਂ, ਉਸ ਦੀ ਵਿਆਖਿਆ। ਇਹਦੇ ਵਿੱਚ ਕਵੀ ਨੇ ਸੋਹਣੀ ਮਾਹੀਵਾਲ ਵਾਲੀ ਜੋ ਸੋਹਣੀ ਹੈ ਉਸ ਦਾ ਉਦਾਹਰਣ ਦਿੱਤਾ ਹੈ, ਕਿ ਕਿਸ ਤਰ੍ਹਾਂ ਉਹ ਘਰ ਵਿੱਚ ਕੰਮਕਾਜ ਕਰਦੇ ਹੋਏ ਜੋ ਉਸਦਾ ਪ੍ਰੇਮੀ ਹੈ, ਮਾਹੀਵਾਲ ਹੈ, ਉਸ ਦੇ ਖਿਆਲਾਂ ਵਿੱਚ ਖੋ ਜਾਂਦੀ ਹੈ, ਔਰ ਉਸ ਦੇ ਖਿਆਲਾਂ ਵਿੱਚ ਖੋਈ ਹੋਈ ਉਹ ਇਸ ਦੁਨੀਆ ਤੋਂ ਉੱਪਰ ਉੱਠ ਕੇ ਅਲੌਕਿਕ ਜਗਤ ਦੇ ਵਿੱਚ, ਅਸਮਾਨਾਂ ਦੇ ਵਿੱਚ ਫਿਰਦੀ ਹੈ। ਉਸ ਨੂੰ ਇੱਥੋਂ ਧਰਤੀ ਦੀ ਕੋਈ ਵੀ ਸੁੱਧ ਬੁੱਧ ਨਹੀਂ ਰਹਿੰਦੀ, ਉਹ ਇੰਨਾ ਖੋ ਜਾਂਦੀ ਹੈ ਕਿ ਉਹ ਮਤਲਬ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ, ਚੰਦ ਤਾਰਿਆਂ ਨੂੰ ਆਪਣੇ ਵਾਲਾਂ ਵਿੱਚ ਆਪਣੇ ਆਭੂਸ਼ਣ ਬਣਵਾ ਰਹੀ ਹੈ, ਆਪਣੇ ਗਹਿਣੇ ਬਣਵਾ ਰਹੀ ਹੈ, ਔਰ ਬੱਦਲਾਂ 'ਤੇ ਮਸਤੀ ਨਾਲ ਚੱਲਦੀ ਹੈ, ਆਸਮਾਨ ਦੀ ਪੀਂਗ ਨੂੰ ਆਪਣਾ ਕਮਾਨ ਬਣਾ ਰਹੀ ਹੈ, ਠੀਕ ਹੈ। ਯਾਨੀ ਕਿ ਉਹ ਇਸ ਲੌਕਿਕ ਜਗਤ ਤੋਂ ਉੱਪਰ ਉੱਠ ਕੇ ਅਲੌਕਿਕ ਜਗਤ ਵਿੱਚ ਉਹਦੇ ਸੁਰ, ਜੋ ਉਹਦੀ ਮਤਲਬ ਜੋ ਉਹਦੇ ਮਾਨਸਿਕ ਸਥਿਤੀ ਹੈ, ਉਹ ਪਰਮਾਤਮਾ ਨਾਲ, ਆਪਣੇ ਪ੍ਰੇਮੀ ਨਾਲ ਜੁੜ ਜਾਂਦੀ ਹੈ।
ਅਰਥਾਤ ਇਹਦੇ ਜ਼ਰੀਏ ਕਵੀ ਆਪਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਸੋਹਣੀ ਮਾਹੀਵਾਲ ਵਾਲੀ ਸੋਹਣੀ ਆਪਣੇ ਘਰ ਦੇ ਕੰਮਕਾਜ ਕਰਦੇ ਹੋਏ ਸੁਪਨਿਆਂ ਵਿੱਚ ਹੀ ਆਪਣੇ ਮਾਹੀਵਾਲ ਨੂੰ ਮਿਲਣ ਦਾ ਆਨੰਦ ਮਹਿਸੂਸ ਕਰ ਲੈਂਦੀ ਹੈ, ਠੀਕ ਉਸੇ ਤਰ੍ਹਾਂ ਆਪਾਂ ਨੂੰ ਵੀ ਪਰਮਾਤਮਾ ਦਾ, ਰੱਬ ਦਾ ਸਿਮਰਨ ਕਰਨ ਲਈ ਕੋਈ ਜੰਗਲਾਂ ਵਿੱਚ ਜਾਂ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਕਿ ਆਪਾਂ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰੀਏ ਜਾਂ ਇਕਾਂਤ ਵਿੱਚ ਬੈਠ ਕੇ ਤਪੱਸਿਆ ਕਰੀਏ ਫਿਰ ਹੀ ਆਪਾਂ ਨੂੰ ਰੱਬ ਮਿਲੂਗਾ। ਆਪਾਂ ਘਰ ਦੇ ਕੰਮਕਾਜ ਕਰਦੇ ਹੋਏ ਵੀ ਆਪਾਂ ਮਤਲਬ ਸੱਚੇ ਮਨ ਨਾਲ ਅਗਰ ਜਿਵੇਂ ਕਰਦੇ ਆਪਾਂ ਕੰਮਕਾਜ ਕਰ ਰਹੇ ਹਾਂ, ਜਿਵੇਂ ਖਾਣਾ ਬਣਾ ਰਹੇ ਹਾਂ, ਲੀੜੇ ਧੋ ਰਹੇ ਹਾਂ ਜਾਂ ਕੁਛ ਵੀ ਹੋਰ ਵੀ ਕਰ ਰਹੇ ਹਾਂ, ਆਪਾਂ ਕੰਮਕਾਜ ਕਰਦੇ ਹੋਏ ਵੀ ਅਗਰ ਸੱਚੇ ਦਿਲੋਂ ਮਨ ਹੀ ਮਨ ਪਰਮਾਤਮਾ ਦਾ ਸਿਮਰਨ ਕਰਦੇ ਰਹੀਏ ਤਾਂ ਆਪਾਂ ਉਸ ਨੂੰ ਮਿਲਣ ਦਾ, ਉਸ ਦੀ ਭਗਤੀ ਦਾ ਆਨੰਦ ਆਪਾਂ ਲੈ ਸਕਦੇ ਹਾਂ। ਠੀਕ ਹੈ ਜੀ, ਤਾਂ ਆਹ ਸੀ ਇਸ ਕਵਿਤਾ ਦੀ ਵਿਆਖਿਆ। ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਊਗੀ ਔਰ ਸਮਝ ਵੀ ਆਈ ਹੋਊਗੀ। ਫਿਰ ਵੀ ਅਗਰ ਕੋਈ ਸ਼ਬਦ ਦਾ ਅਰਥ ਤੁਹਾਨੂੰ ਨਾ ਪਤਾ ਲੱਗਿਆ ਹੋਵੇ ਜਾਂ ਮੇਰੇ ਬੋਲਣ 'ਚ ਕੋਈ ਦਿੱਕਤ ਹੋਵੇ ਜਾਂ ਕੋਈ ਚੀਜ਼ ਮੇਰੀ ਬੋਲੀ ਹੋਈ ਤੁਹਾਡੇ ਨਾ ਸਮਝ ਆਈ ਹੋਵੇ ਜਾਂ ਮੇਰੇ ਕੋਲ ਵੀ ਗਲਤੀ ਹੋ ਸਕਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਅਗਰ ਕਲਾਸ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਵੀ ਕਰਨਾ ਔਰ ਇਸ ਨੂੰ ਸ਼ੇਅਰ ਵੀ ਕਰਨਾ। ਭਾਈ ਵੀਰ ਸਿੰਘ ਜੀ ਦੀਆਂ ਜੋ 2 ਬਚੀਆਂ ਹੋਈਆਂ ਕਵਿਤਾਵਾਂ ਹੈ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਅਪਲੋਡ ਕਰ ਦੂੰਗਾ ਔਰ ਹੌਲੀ ਹੌਲੀ 20-25 ਦਿਨਾਂ ਦੇ ਵਿੱਚ ਜਿੰਨਾ ਵੀ ਆਪਣਾ 12ਵੀਂ ਦਾ ਸਿਲੇਬਸ ਹੈ ਉਹ ਸਾਰੇ ਦਾ ਸਾਰਾ ਤੁਹਾਨੂੰ YouTube 'ਤੇ ਪ੍ਰੋਵਾਈਡ ਕਰਵਾ ਦੂੰਗਾ ਤਾਂ ਕਿ ਤੁਹਾਨੂੰ ਇਸ ਲੋਕਡਾਊਨ ਦੇ ਵਿੱਚ ਪੰਜਾਬੀ ਪੜ੍ਹਨ ਲਈ ਕੋਈ ਦਿੱਕਤ ਨਾ ਮਹਿਸੂਸ ਹੋਵੇ। ਔਰ ਜਦੋਂ ਆਪਣੇ ਮੁੱਖ ਪੇਪਰ ਹੋਣਗੇ, ਵਾਰਸ਼ਿਕ ਪੇਪਰ ਹੋਣਗੇ, ਉਹਦੇ ਵਿੱਚ ਤੁਸੀਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਹੈਂਡਲ ਕਰ ਸਕੋ ਔਰ ਚੰਗੇ ਨੰਬਰਾਂ ਨਾਲ ਪਾਸ ਹੋ। ਧੰਨਵਾਦ ਜੀ।